ਅਗਲਾ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਾਡਾ ਨਾ ਪਿਛਲੇ ਚੈਪਟਰ ਦਾ ਕੁਝ ਪੋਰਸ਼ਨ ਰਹਿ ਗਿਆ ਸੀ, ਉਹ ਪੜ੍ਹ ਲੈਂਦੇ ਹਾਂ ਜੀ। ਅਸੀਂ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਪੜ੍ਹ ਰਹੇ ਸੀ ਤੇ ਕੁਝ ਸਾਡੇ ਪ੍ਰਿੰਸੀਪਲਸ ਆ ਨਾ, ਉਹ ਪਾਰਟ 4 ਭਾਗ 4 ਤੋਂ ਬਾਹਰ ਆ। ਟੋਟਲ ਸਾਰੇ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਆ ਉਹ ਅਸੀਂ ਭਾਗ 4 'ਚ ਲਿਖੇ, ਪਰ ਕੁਝ ਪ੍ਰਿੰਸੀਪਲ ਭਾਗ 4 ਤੋਂ ਬਾਹਰ ਵੀ ਹਨ ਤੇ ਇਹ ਜਿਹੜੇ ਬਾਹਰ ਆ ਨਾ, ਇਹਨਾਂ ਉੱਤੇ ਵੀ ਪ੍ਰਸ਼ਨ ਅਕਸਰ ਪੁੱਛ ਲਿਆ ਜਾਂਦਾ। ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਟੈਕਟਿਸਟ ਆ, ਮਤਲਬ ਇੱਕ ਪੈਂਤਰਾ ਆ ਐਗਜ਼ਾਮੀਨਰ ਦਾ, ਕਿ ਹਰੇਕ ਚੈਪਟਰ ਦੇ ਅਖੀਰਲੇ ਨਾ ਪੋਰਸ਼ਨ ਵਿੱਚੋਂ ਜ਼ਿਆਦਾ ਪ੍ਰਸ਼ਨ ਪੁੱਛਣ ਜਾਣ ਦੇ ਚਾਂਸ ਰਹਿੰਦੇ ਆ। ਤੁਸੀਂ ਲਾਸਟ ਵਾਲੇ ਪੋਰਸ਼ਨ ਨਹੀਂ ਮਿਸ ਕਰਨੇ। ਭਾਗ 16 ਉਸ ਅੰਦਰ ਆਰਟੀਕਲ 335 ਇਹ ਕੀ ਕਹਿੰਦਾ? ਇਹ ਪ੍ਰਸ਼ਨ ਇਸ ਵਾਰ ਵੀ ਪ੍ਰੀ 'ਚ ਆਇਆ ਸੀ। 335 ਆਰਟੀਕਲ ਜਨਤਕ ਨੌਕਰੀਆਂ ਵਿੱਚ ਨਿਯੁਕਤੀਆਂ ਕਰਦੇ ਸਮੇਂ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਮੈਂਬਰਾਂ ਦੇ ਦਾਅਵਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਠੀਕ, ਜਦੋਂ ਸਰਕਾਰੀ ਨੌਕਰੀਆਂ ਭਰਨੀਆਂ ਨਾ, ਉਹਨਾਂ ਵਿੱਚ ਅਪਾਇੰਟਮੈਂਟ ਕਰਨੀਆਂ, ਨਿਯੁਕਤੀਆਂ ਕਰਨੀਆਂ, ਤਾਂ ਉਸ ਵਿੱਚ ਜਿਹੜੇ SC ਤੇ ST ਵਰਗ ਦੇ ਮੈਂਬਰ ਆ ਨਾ, ਉਹਨਾਂ ਦੇ ਕਲੇਮਸ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ। ਉਹਨਾਂ ਦਾ ਕੀ ਕਲੇਮ ਆ? ਜੇ ਉਹ ਕਹਿ ਰਹੇ ਕਿ ਸਾਡੀਆਂ ਸੀਟਾਂ ਨਹੀਂ ਭਰੀਆਂ ਗਈਆਂ ਜਾਂ ਉਹਨਾਂ ਦਾ ਬੈਕਲੌਗ ਆ, ਇਹ ਜਿਹੜੇ ਉਹ ਕਲੇਮ ਕਰਨਗੇ ਉਹਨਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਣਾ। ਪਰ ਇਹ ਗੱਲ ਹੈ ਜੀ, ਪ੍ਰਸ਼ਾਸਨ ਦੀ ਕੁਸ਼ਲਤਾ ਮੀਨ ਮੇਨਟੇਨੈਂਸ ਆਫ ਐਫੀਸ਼ੀਐਂਸੀ ਆਫ ਐਡਮਿਨਿਸਟ੍ਰੇਸ਼ਨ, ਐਫੀਸ਼ੀਐਂਸੀ ਵੀ ਧਿਆਨ ਵਿੱਚ ਰੱਖਣੀ ਆ। ਪਰ ਪ੍ਰਸ਼ਾਸਨ ਦੀ ਕੁਸ਼ਲਤਾ ਨੂੰ ਕਾਇਮ ਰੱਖਣ ਦੇ ਨਾਲ ਨਾਲ ਹੀ ਆਹ ਕੰਮ ਕਰਨਾ ਆ, ਵਿਦ ਦਾ ਮੇਨਟੇਨੈਂਸ ਆਫ ਐਫੀਸ਼ੀਐਂਸੀ ਆਫ ਐਡਮਿਨਿਸਟ੍ਰੇਸ਼ਨ। ਐਡਮਿਨਿਸਟ੍ਰੇਸ਼ਨ ਦੀ ਐਫੀਸ਼ੀਐਂਸੀ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਠੀਕ ਹੈ ਨਾ? ਇਸੇ ਲਈ ਤੁਸੀਂ ਦੇਖਿਓ ਵੀ ਜਦੋਂ ਇੱਕ ਆਪਾਂ ਨਿਯੁਕਤੀਆਂ ਕਰਦੇ ਹਾਂ, ਚਾਹੇ SC ਬੰਦੇ ਨੂੰ ਲੈਂਦੇ ਹਾਂ, ਚਾਹੇ SC ਬੰਦੇ ਦੇ ਨੰਬਰ ਜਨਰਲ ਨੂੰ ਕਾਫੀ ਘੱਟ ਹੁੰਦੇ ਆ, ਪਰ ਫਿਰ ਵੀ ਇੱਕ ਕੱਟ ਆਫ ਰੱਖੀ ਜਾਂਦੀ ਆ ਵੀ ਇਸ ਕੱਟ ਆਫ ਤੋਂ ਉੱਤੇ ਵਾਲੇ ਬੰਦੇ ਹੀ ਚੱਕਣੇ ਆ। ਅੱਗੇ ਦੇਖੋ ਜੀ, ਭਾਗ 17 ਵਿੱਚ ਧਾਰਾ 350A ਇਹ ਕੀ ਕਹਿੰਦੀ ਹੈ? ਰਾਜ ਨੂੰ ਭਾਸ਼ਾਈ ਘੱਟ ਗਿਣਤੀ ਸਮੂਹਾਂ ਨਾਲ, ਲਿੰਗੁਇਸਟਿਕ ਮਾਈਨੋਰਿਟੀਜ਼, ਉਹ ਜਿਹੜੇ ਘੱਟ ਗਿਣਤੀ ਵਾਲੇ ਲੋਕ ਜਿਹੜੇ ਭਾਸ਼ਾ ਦੇ ਆਧਾਰ ਤੇ ਘੱਟ ਗਿਣਤੀ ਆ, ਅਜਿਹੇ ਵਰਗਾਂ ਨਾਲ ਸੰਬੰਧਿਤ ਬੱਚਿਆਂ ਨੂੰ, ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਮੁੱਢਲੇ ਪੜਾਅ ਤੇ ਐਟ ਪ੍ਰਾਇਮਰੀ ਸਟੇਜ ਆਫ ਐਜੂਕੇਸ਼ਨ ਮਾਤ ਭਾਸ਼ਾ ਵਿੱਚ ਸਿੱਖਿਆ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਵੀ ਸਟੇਟ ਨੂੰ ਚਾਹੀਦਾ ਆ ਕਿ ਜਿਹੜੇ ਲਿੰਗੁਇਸਟਿਕ ਮਾਈਨੋਰਿਟੀ ਆ ਨਾ, ਭਾਸ਼ਾ ਦੇ ਆਧਾਰ ਤੇ ਘੱਟ ਗਿਣਤੀ ਆ ਵਾਲੇ ਲੋਕ ਆ, ਉਹਨਾਂ ਦੇ ਜਿਹੜੇ ਬੱਚੇ ਆ, ਉਹਨਾਂ ਨੂੰ ਪ੍ਰਾਇਮਰੀ ਸਟੇਜ ਦੀ ਐਜੂਕੇਸ਼ਨ ਤੇ ਜਿਹੜੀ ਐਜੂਕੇਸ਼ਨ ਆ ਉਹ ਮਾਤ ਭਾਸ਼ਾ ਵਿੱਚ ਦਿੱਤੀ ਜਾਵੇ, ਉਹਨਾਂ ਦੀ ਆਪਣੀ ਮਦਰ ਟੰਗ ਵਿੱਚ ਦਿੱਤੀ ਜਾਵੇ। ਇਸ ਤਰ੍ਹਾਂ ਦੀਆਂ ਸਹੂਲਤਾਂ ਪ੍ਰੋਵਾਈਡ ਕਰਨੀਆਂ ਕਿਹਨ? ਸਟੇਟ ਨੇ, ਰਾਜ ਨੇ। ਇੰਪੋਰਟੈਂਟ ਪੁਆਇੰਟ। ਭਾਗ 17ਵਾਂ ਉਹਦਾ ਧਾਰਾ 351 ਆਰਟੀਕਲ 351 ਉਹ ਕੀ ਕਹਿੰਦਾ? ਹਿੰਦੀ ਭਾਸ਼ਾ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਨੇ, ਹਿੰਦੀ ਭਾਸ਼ਾ ਨੂੰ ਬੜਾਵਾ ਦੇਣਾ, ਉਹਦਾ ਪ੍ਰਸਾਰ ਕਰਨਾ, ਡਿਵੈਲਪਮੈਂਟ ਕਰਨੀ, ਹਿੰਦੀ ਨੂੰ ਪ੍ਰਗਟਾਵੇ ਦੇ ਮਾਧਿਅਮ ਵਜੋਂ ਵਿਕਸਿਤ ਕਰਨਾ, ਮੀਡੀਅਮ ਆਫ ਐਕਸਪ੍ਰੈਸ਼ਨ ਦੇ ਰੂਪ ਵਿੱਚ ਹਿੰਦੀ ਨੂੰ ਵਿਕਸਿਤ ਕਰਨਾ। ਇਹ ਪੁਆਇੰਟ ਸੀ। ਇਹ ਨਾ ਤੁਸੀਂ ਪਹਿਲਾਂ ਇਹਨੂੰ ਯਾਦ ਕਰ ਲਓ। ਇੱਕ 335 ਵਾਲਾ ਸੀ SC ST ਲਈ, ਇੱਕ 350A ਸੀ, ਉਹ ਸੀ ਲਿੰਗੁਇਸਟਿਕ ਮਾਈਨੋਰਿਟੀ ਲਈ, ਤਾਂ ਇੱਕ 351 ਸੀ, ਉਹ ਸੀ ਹਿੰਦੀ ਭਾਸ਼ਾ ਲਈ। ਇਸ ਤਰ੍ਹਾਂ ਤੁਸੀਂ ਮੋਟਾ ਜ਼ਰੂਰ ਯਾਦ ਰੱਖਿਓ ਆਪਣੇ ਮਾਈਂਡ ਵਿੱਚ। ਠੀਕ ਹੈ ਜੀ? ਤੇ ਇਹ ਵਾਲੇ ਜਿਹੜੇ ਹੈ ਡਾਇਰੈਕਟਿਵ ਪ੍ਰਿੰਸੀਪਲਸ, ਇਹ ਵਾਲੇ ਪ੍ਰਿੰਸੀਪਲਸ ਵੀ ਕੀ ਆ? ਗੈਰ ਨਿਆਂਪੂਰਨ ਹਨ, ਨਾਨ ਜਸਟਿਸੀਏਬਲ ਹਨ। ਇਹਨਾਂ ਦੀ ਵੀ ਉਲੰਘਣਾ ਤੇ ਤੁਸੀਂ ਇਹਨਾਂ ਨੂੰ ਲਾਗੂ ਕਰਵਾਉਣ ਲਈ ਕੋਰਟ ਵਿੱਚ ਨਹੀਂ ਜਾ ਸਕਦੇ, ਇਹ ਵੀ ਨਾਨ ਜਸਟਿਸੀਏਬਲ ਹਨ। ਠੀਕ ਹੈ ਜੀ? ਅੱਛਾ ਜੀ, ਹੁਣ ਅਸੀਂ ਆਪਣਾ ਅਗਲਾ ਚੈਪਟਰ ਸ਼ੁਰੂ ਕਰਦੇ ਹਾਂ। ਅਧਿਆਇ 9 ਬੁਨਿਆਦੀ ਕਰਤੱਵ, ਫੰਡਾਮੈਂਟਲ ਡਿਊਟੀਜ਼। ਥੋੜਾ ਕਹਾਣੀ ਵਗੈਰਾ ਕੰਸੈਪਟ ਗੱਲਾਂ ਬਾਤਾਂ ਕਰ ਲਈਏ। ਦੇਖੋ ਜੀ, ਫੰਡਾਮੈਂਟਲ ਡਿਊਟੀਜ਼ ਸਾਡੇ ਸੰਵਿਧਾਨ ਵਿੱਚ ਓਰੀਜਨਲੀ ਨਹੀਂ ਸੀ। ਮੂਲ ਰੂਪ ਵਿੱਚ ਜਿਹੜਾ 1950 ਵਿੱਚ ਸੰਵਿਧਾਨ ਸੀ ਨਾ ਸਾਡਾ,
ਉਹਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨਹੀਂ ਸੀ। ਤੇ ਇਹ ਜਿਹੜੀ ਡਿਊਟੀਆਂ ਹੁੰਦੀਆਂ ਆ, ਇਹ ਜਨਰਲੀ ਜਿਹੜੇ ਸੋਸ਼ਲਿਸਟਿਕ ਕੰਟਰੀਜ਼ ਹੁੰਦੀਆਂ ਨਾ, ਸਮਾਜਵਾਦੀ ਕੰਟਰੀ, ਜਿਸ ਤਰ੍ਹਾਂ ਰੂਸ ਹੋ ਗਿਆ, ਚਾਈਨਾ ਹੋ ਗਿਆ, ਸਮਾਜਵਾਦੀ ਦੇਸ਼, ਉਹਨਾਂ ਵਿੱਚ ਕਰਤੱਵ ਦੀ ਕੰਸੈਪਟ ਜ਼ਿਆਦਾ ਹੁੰਦੇ ਆ। ਉਹ ਕਹਿੰਦੇ ਆ ਕਿ ਨਾਗਰਿਕਾਂ ਦੇ ਕਰਤੱਵ ਵੀ ਹੋਣੇ ਚਾਹੀਦੇ ਆ। ਤੇ ਸ਼ਾਇਦ ਜਾਪਾਨ ਹੀ ਇੱਕ ਅਜਿਹਾ ਡੈਮੋਕ੍ਰੈਟਿਕ ਲੋਕਤਾਂਤਰਿਕ ਦੇਸ਼ ਹੈ ਜਿੱਥੇ ਫੰਡਾਮੈਂਟਲ ਡਿਊਟੀ ਦੀ ਗੱਲ ਕੀਤੀ ਗਈ ਹੈ। ਹੁਣ ਹੋਇਆ ਕੀ ਕਿ ਜਦੋਂ ਐਮਰਜੈਂਸੀ ਲੱਗੀ ਸੀ, ਇੰਟਰਨਲ ਐਮਰਜੈਂਸੀ 1975 ਵਾਲੀ, ਉਸ ਵੇਲੇ ਇੰਦਰਾ ਗਾਂਧੀ ਗਵਰਨਮੈਂਟ ਨੇ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਫੰਡਾਮੈਂਟਲ ਡਿਊਟੀ ਦਾ ਨਾ ਹੋਣਾ ਇਹ ਕੀ ਆ, ਬਹੁਤ ਵੱਡੀ ਭੁੱਲ ਆ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਭੁੱਲ ਕੀਤੀ ਆ ਤੇ ਉਸ ਭੁੱਲ ਨੂੰ ਅਸੀਂ ਠੀਕ ਕਰਨਾ ਆ। ਜਨਤਾ ਦੀਆਂ, ਨਾਗਰਿਕਾਂ ਦੀਆਂ ਡਿਊਟੀਆਂ ਵੀ ਹੋਣੀਆਂ ਚਾਹੀਦੀਆਂ। ਫਿਰ ਉਹਨਾਂ ਨੇ ਕਮੇਟੀ ਬਿਠਾਈ, ਸਵਰਨ ਸਿੰਘ ਕਮੇਟੀ, ਵੀ ਤੁਸੀਂ ਦੇਖੋ, ਜਾਂਚੋ ਤੇ ਦੱਸੋ ਫੰਡਾਮੈਂਟਲ ਡਿਊਟੀਜ਼ ਹੋਣੀਆਂ ਚਾਹੀਦੀਆਂ ਕਿ ਨਹੀਂ, ਤੇ ਕਿਹੜੀਆਂ ਹੋਣੀਆਂ ਚਾਹੀਦੀਆਂ। ਕਮੇਟੀ ਨੇ ਵੀ ਇਹੀ ਕਿਹਾ ਕਿ ਫੰਡਾਮੈਂਟਲ ਡਿਊਟੀਜ਼ ਹੋਣੀਆਂ ਚਾਹੀਦੀਆਂ। ਫਿਰ ਬਾਅਦ ਵਿੱਚ ਇਹ 10 ਫੰਡਾਮੈਂਟਲ ਡਿਊਟੀਜ਼ ਜੋੜੀਆਂ ਗਈਆਂ ਸਾਡੇ ਸੰਵਿਧਾਨ ਵਿੱਚ। ਇਹ ਤੁਸੀਂ ਯਾਦ ਰੱਖਣਾ ਕਿ 10 ਜਿਹੜੀਆਂ ਨਾ ਉਹ ਇੰਪੋਰਟੈਂਟ ਆ, ਉਹਨੂੰ ਤੁਸੀਂ ਯਾਦ ਕਰ ਲਿਓ। ਉਸ ਤੋਂ ਬਾਅਦ ਇੱਕ ਹੋਰ ਜੋੜੀ ਗਈ, 11 ਹੋ ਗਈਆਂ। ਹੁਣ ਇਹ ਪੁੱਛ ਲਈਆਂ ਜਾਂਦੀਆਂ ਆ, ਇਸ ਤਰ੍ਹਾਂ ਦੀਆਂ ਡਿਊਟੀਆਂ ਪੁੱਛ ਲਈਆਂ ਜਾਂਦੀਆਂ। ਪਰ ਤੁਸੀਂ ਇਹ ਗੱਲ ਮਨ ਵਿੱਚ ਰੱਖਣੀ ਆ ਕਿ ਇਹ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ। ਹੁੰਦਾ ਕੀ ਆ ਕਿ ਜਿੱਦਾਂ ਮੰਨ ਲਓ ਸਾਡੇ ਕੋਲ ਫੰਡਾਮੈਂਟਲ ਰਾਈਟ ਆ, ਹੁਣ ਜੇ ਮੇਰਾ ਫੰਡਾਮੈਂਟਲ ਰਾਈਟ ਆ, ਉਹ ਦੂਸਰੇ ਬੰਦੇ ਦੀ ਡਿਊਟੀ ਵੀ ਬਣ ਜਾਂਦੀ ਹੈ ਨਾ ਆਟੋਮੈਟਿਕਲੀ, ਵੀ ਤੁਸੀਂ ਆਹ ਰਾਈਟ ਨੂੰ ਉਲੰਘਣਾ ਨਹੀਂ ਕਰਨੀ। ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਹੁਣ ਇਹ ਵੀ ਇੱਕ ਇੰਟਰਸਟਿੰਗ ਗੱਲ ਆ ਕਿ ਆਪਣੇ ਬ੍ਰਿਟੇਨ ਵਿੱਚ ਤਾਂ ਫੰਡਾਮੈਂਟਲ ਰਾਈਟ ਵੀ ਹੈ ਨਹੀਂ, ਕੁਛ ਇਸ ਤਰ੍ਹਾਂ ਦੇ ਕੰਸੈਪਟ ਨਹੀਂ ਲਿਖੇ, ਪਰ ਉੱਥੇ ਰੂਲ ਆਫ ਲਾਅ ਇੰਨਾ ਸਟਰੋਂਗ ਆ ਕਿ ਹਰ ਕਿਸੇ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਪੈਂਦਾ ਆ। ਇਹ ਗੱਲਾਂ ਹੁੰਦੀਆਂ ਜੀ। ਤਾਂ ਕਹਿਣ ਦਾ ਮਤਲਬ ਫੰਡਾਮੈਂਟਲ ਡਿਊਟੀ ਜੇ ਨਹੀਂ ਵੀ ਹੈਗਾ ਸਾਡੇ ਸੰਵਿਧਾਨ ਵਿੱਚ, ਨਹੀਂ ਵੀ ਸੀ, ਤਾਂ ਕੋਈ ਗਲਤੀ ਨਹੀਂ ਹੋਈ ਸੀ। ਜੇ ਫੰਡਾਮੈਂਟਲ ਰਾਈਟਸ ਨੂੰ ਹੀ ਚੱਜ ਨਾਲ ਲਾਗੂ ਕਰ ਦਈਏ ਤਾਂ ਇੱਕ ਦੇ ਰਾਈਟਸ ਦੂਜੇ ਦੀ ਡਿਊਟੀ ਹੁੰਦੀ ਆ। ਪੜ੍ਹਦੇ ਹਾਂ ਜੀ ਇਸੇ ਚੈਪਟਰ ਨੂੰ। ਪਹਿਲਾਂ ਆਉਂਦਾ ਜੀ, ਦੇਖੋ ਇਹ ਜਿਹੜੀ ਫੰਡਾਮੈਂਟਲ ਰਾਈਟਸ ਆ ਨਾ, ਇਹ ਸਾਰੇ ਦੇ ਸਾਰੇ ਨਾਗਰਿਕਾਂ ਲਈ ਹੁੰਦੇ ਆ, ਸਿਟੀਜ਼ਨਸ ਲਈ ਹੁੰਦੇ ਆ। ਵੀ ਜੇ ਤੁਸੀਂ ਭਾਰਤ ਦੇ ਨਾਗਰਿਕ ਆ ਤਾਂ ਤੁਹਾਡਾ ਇਹ ਫੰਡਾਮੈਂਟਲ ਡਿਊਟੀਜ਼ ਜਿਹੜੀਆਂ, ਇਹ ਕਰਤੱਵ ਆ ਇਹ ਜਿਹੜੇ ਕਰਤੱਵ ਆ ਨਾ, ਡਿਊਟੀਜ਼ ਆ, ਇਹ ਨਾਗਰਿਕਾਂ ਲਈ ਹੁੰਦੇ ਆ। ਵੀ ਨਾਗਰਿਕਾਂ ਦਾ ਕਰਤੱਵ ਆ ਕਿ ਆਹ ਡਿਊਟੀਆਂ ਦੀ, ਕਰਤੱਵਾਂ ਦੀ ਪਾਲਣਾ ਕਰੇ। ਇਹਦੇ ਵਿੱਚ ਇਹ ਵਿਦੇਸ਼ੀਆਂ ਨੂੰ, ਏਲੀਅਨਸ ਨੂੰ, ਉਹਨਾਂ ਲਈ ਨਹੀਂ ਹੁੰਦੇ, ਨਾਗਰਿਕਾਂ ਲਈ ਹੁੰਦੇ ਆ। ਤੇ ਇਹ ਸੰਵਿਧਾਨ ਦੀ 42ਵੀਂ ਸੰਵਿਧਾਨ ਸੋਧ ਦੁਆਰਾ 42nd ਕੌਂਸਟੀਟਿਊਸ਼ਨਲ ਅਮੈਂਡਮੈਂਟ ਦੁਆਰਾ 1976 ਵਿੱਚ ਐਡ ਕੀਤੇ ਗਏ ਸੀ। ਕਿੰਨੇ ਐਡ ਕੀਤੇ ਗਏ ਸੀ? ਪਹਿਲਾਂ 10 ਕਰਤੱਵ, 10 ਫੰਡਾਮੈਂਟਲ ਡਿਊਟੀਜ਼ ਜੋੜੀਆਂ ਗਈਆਂ ਸੀ। ਬਾਅਦ ਵਿੱਚ 2002 ਵਿੱਚ ਇੱਕ ਹੋਰ ਬੁਨਿਆਦੀ ਡਿਊਟੀ ਸ਼ਾਮਲ ਕੀਤੀ ਗਈ ਸੀ ਅਮੈਂਡਮੈਂਟ ਦੁਆਰਾ। ਤਾਂ ਕਿੰਨੀਆਂ ਹੋ ਗਈਆਂ ਹੁਣ? 11। ਹੁਣ 11 ਸਾਡੀਆਂ ਫੰਡਾਮੈਂਟਲ ਡਿਊਟੀਜ਼ ਹਨ, ਬੁਨਿਆਦੀ ਕਰਤੱਵ ਹਨ। ਤੇ ਇਹ ਆਪਾਂ ਕਿੱਥੋਂ ਪ੍ਰੇਰਨਾ ਲੈ ਕੇ ਇਹ ਡਿਊਟੀਆਂ ਐਡ ਕੀਤੀਆਂ? ਇਹ ਆਪਾਂ ਲਈ ਜੀ ਪ੍ਰੇਰਨਾ ਫਾਰਮਰ USSR ਦੇ ਕੌਂਸਟੀਟਿਊਸ਼ਨ ਤੋਂ। ਪਹਿਲਾਂ ਦਾ ਜਿਹੜਾ ਰੂਸ ਸੀ ਨਾ, USSR, ਉੱਥੋਂ ਅਸੀਂ ਲਿਆ। ਠੀਕ ਹੈ ਜੀ। ਜਾਪਾਨ ਦਾ ਸੰਵਿਧਾਨ ਦੁਨੀਆ ਦਾ ਇੱਕੋ ਇੱਕ ਲੋਕਤੰਤਰੀ ਸੰਵਿਧਾਨ ਹੈ ਜਿਸ ਵਿੱਚ ਨਾਗਰਿਕਾਂ ਲਈ ਫਰਜ਼ਾਂ ਦੀ ਸੂਚੀ ਸ਼ਾਮਿਲ ਹੈ। ਮੈਂ ਦੱਸਿਆ ਕਿ ਫਰਜ਼, ਨਾਗਰਿਕਾਂ ਦੇ ਫਰਜ਼ ਅਮੂਮਨ ਕੀ ਹੁੰਦੇ ਆ? ਸਮਾਜਵਾਦੀ ਦੇਸ਼ਾਂ ਵੱਲੋਂ ਉਹਨਾਂ ਵਿੱਚ ਇਹ ਗੱਲ ਹੁੰਦੀ ਹੈ ਕਿ ਤੁਹਾਡੇ ਕਰਤੱਵ ਵੀ ਹੋਣੇ ਚਾਹੀਦੇ ਆ। ਲੋਕਤੰਤਰੀ ਦੇਸ਼ਾਂ ਵਿੱਚ ਫੰਡਾਮੈਂਟਲ ਡਿਊਟੀਜ਼ ਦੀ ਉਹਨਾਂ ਕੰਸੈਪਟ ਨਹੀਂ। ਹਾਂ, ਸ਼ਾਇਦ ਇੱਕ ਜਾਪਾਨ ਹੀ ਆ ਇੱਕ ਅਜਿਹਾ ਲੋਕਤੰਤਰੀ ਦੇਸ਼ ਜਿਸ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਹੈ ਮੈਂਸ਼ਨ ਕੀਤੀਆਂ ਉਹਨਾਂ ਦੇ ਸੰਵਿਧਾਨ ਵਿੱਚ। ਸਮਾਜਵਾਦੀ ਦੇਸ਼ਾਂ ਵੱਲੋਂ ਮੌਲਿਕ ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਸੋਸ਼ਲਿਸਟਿਕ ਸਟੇਟ ਵਿੱਚ ਫੰਡਾਮੈਂਟਲ ਰਾਈਟਸ ਤੇ ਫੰਡਾਮੈਂਟਲ ਡਿਊਟੀਜ਼ ਇਕੱਠੇ ਚੱਲਦੀਆਂ, ਦੋਵਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਂਦਾ। ਅੱਗੇ ਵਧਦੇ ਜੀ। ਸਵਰਨ ਸਿੰਘ ਕਮੇਟੀ ਦੀਆਂ ਸਿਫਾਰਸ਼ਾਂ। ਅਸੀਂ ਥੋੜੀ ਕਹਾਣੀ ਪਹਿਲਾਂ ਪੜ੍ਹੀ ਹੈ, ਉਹਨੂੰ ਫਿਰ ਦੇਖਦੇ ਹਾਂ ਜੀ। ਅੰਦਰੂਨੀ ਐਮਰਜੈਂਸੀ, ਇੰਟਰਨਲ ਐਮਰਜੈਂਸੀ ਜਦੋਂ ਲੱਗੀ ਸੀ 1975 ਤੋਂ ਲੈ ਕੇ 77 ਤੱਕ, ਉਸ ਦੇ ਦੌਰਾਨ ਭਾਵ 1976 ਵਿੱਚ ਕਾਂਗਰਸ ਪਾਰਟੀ ਨੇ ਬੁਨਿਆਦੀ ਫਰਜ਼ਾਂ ਬਾਰੇ ਸਿਫਾਰਸ਼ਾਂ ਕਰਨ ਲਈ ਸਰਦਾਰ ਸਵਰਨ ਸਿੰਘ ਕਮੇਟੀ ਦੀ ਸਥਾਪਨਾ ਕੀਤੀ। ਠੀਕ ਹੈ ਜੀ। ਸੰਵਿਧਾਨ ਵਿੱਚ ਬੁਨਿਆਦੀ ਕਰਤੱਵਾਂ ਨੂੰ
ਸ਼ਾਮਿਲ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਕਮੇਟੀ ਨੇ ਵੀ ਇਹ ਗੱਲ ਕਹਿਤੀ ਕਿ ਹਾਂ ਡਿਊਟੀਜ਼ ਹੋਣੀਆਂ ਚਾਹੀਦੀਆਂ ਆ। ਕਾਂਗਰਸ ਸਰਕਾਰ ਵੱਲੋਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਇੱਕ ਨਵਾਂ ਹਿੱਸਾ ਕਿਹੜਾ ਪਾਰਟ 4A, ਹੁਣ ਯਾਦ ਕਰੋ ਪਾਰਟ 3 ਕੀ ਸੀ ਫੰਡਾਮੈਂਟਲ ਡਿਊਟੀ, ਪਾਰਟ 4 ਕੀ ਸੀ ਡਾਇਰੈਕਟਿਵ ਪ੍ਰਿੰਸੀਪਲਸ ਤੇ ਪਾਰਟ 4A ਕੀ ਆ ਫੰਡਾਮੈਂਟਲ ਡਿਊਟੀਜ਼ ਨਾਲ ਸੰਬੰਧਿਤ। ਭਾਗ 4A ਨੂੰ 1976 ਵਿੱਚ 42ਵੀਂ ਸੰਵਿਧਾਨਿਕ ਸੋਧ ਐਕਟ ਦੁਆਰਾ ਸੰਵਿਧਾਨ ਵਿੱਚ ਜੋੜਿਆ ਗਿਆ ਸੀ। ਇਹ ਗੱਲ ਹੋ ਗਈ। ਇਸ ਵਿੱਚ ਸਿਰਫ ਇੱਕ ਆਰਟੀਕਲ ਆ, ਸਿਰਫ ਇੱਕ ਆਰਟੀਕਲ, ਕਿਹੜਾ ਆਰਟੀਕਲ? ਆਰਟੀਕਲ 51A, ਆਰਟੀਕਲ 51A ਅਤੇ ਨਾਗਰਿਕਾਂ ਲਈ 10 ਬੁਨਿਆਦੀ ਫਰਜ਼ਾਂ ਦੀ ਸੂਚੀ ਪ੍ਰਦਾਨ ਕੀਤੀ ਗਈ। ਇਸ ਆਰਟੀਕਲ ਦੇ ਤਹਿਤ 10 ਫੰਡਾਮੈਂਟਲ ਰਾਈਟਸ ਬੁਨਿਆਦੀ ਕਰਤੱਵ ਜੋੜੇ ਗਏ, ਬਾਅਦ ਵਿੱਚ ਇੱਕ ਹੋਰ ਜੋੜ ਕੇ 11 ਬਣਾਤੇ। ਭਾਵੇਂ ਸਵਰਨ ਸਿੰਘ ਕਮੇਟੀ ਨੇ ਸੰਵਿਧਾਨ ਵਿੱਚ 8 ਬੁਨਿਆਦੀ ਫਰਜ਼ਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸੀ। ਕਮੇਟੀ ਨੇ ਕਿਹਾ ਕਿ 8 ਕਰਨੇ ਆ ਪਰ ਸਰਕਾਰ ਨੇ 10 ਕੀਤੇ। ਪਰ 42ਵੇਂ ਸੰਵਿਧਾਨਿਕ ਸੋਧ ਐਕਟ 1976 ਦੁਆਰਾ 10 ਬੁਨਿਆਦੀ ਫਰਜ਼ ਸ਼ਾਮਿਲ ਕੀਤੇ ਗਏ ਸਨ। ਠੀਕ ਹੈ, ਹੁਣ ਆਪਾਂ ਇਹਨਾਂ ਫੰਡਾਮੈਂਟਲ ਡਿਊਟੀਜ਼ ਦੀ ਸੂਚੀ ਪੜ੍ਹ ਲੈਂਦੇ ਹਾਂ। 10 ਆ, ਬਹੁਤ ਇੰਪੋਰਟੈਂਟ ਆ, ਇਹ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਐਗਜ਼ਾਮ ਵਿੱਚ ਖਾਸ ਤੌਰ ਤੇ ਮੇਨਸ ਵਿੱਚ ਡਿਟੋ ਪੁੱਛ ਲਈਆਂ ਜਾਂਦੀਆਂ ਤੇ ਪ੍ਰੀ ਵਿੱਚ ਵੀ ਬਹੁਤ ਪ੍ਰਸ਼ਨ ਬਣਦੇ ਆ ਇਹਨਾਂ ਤੋਂ। ਧਾਰਾ 51A ਦੇ ਅਨੁਸਾਰ ਇਹ ਭਾਰਤ ਦੇ ਹਰੇਕ ਨਾਗਰਿਕ ਦਾ ਫਰਜ਼ ਹੋਵੇਗਾ ਕਿ ਹੁਣ ਆਹ ਫਰਜ਼ ਆ ਜੀ, ਕਿਹੜੇ ਕਿਹੜੇ ਫਰਜ਼ ਆ? ਸੰਵਿਧਾਨ ਦੀ ਪਾਲਣਾ ਕਰਨਾ, ਇਸ ਦੇ ਆਦਰਸ਼ਾਂ, ਇਸ ਦੇ ਆਈਡੀਅਲਸ ਅਤੇ ਸੰਸਥਾਵਾਂ ਇੰਸਟੀਟਿਊਸ਼ਨਸ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਤਿਕਾਰ ਕਰਨਾ। ਆਦਰਸ਼ ਹੋ ਗਏ ਜੀ, ਜਿਸ ਤਰ੍ਹਾਂ ਸਾਡੇ ਸੰਵਿਧਾਨ ਦਾ ਆਈਡੀਅਲ ਹੈ, ਆਈਡੀਅਲਸ ਆਫ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਹੈ ਨਾ, ਬਰਾਬਰਤਾ ਦਾ ਅਤੇ ਹੈ ਨਾ ਆਈਡੀਅਲ, ਨਿਆਂ ਦਾ ਆਈਡੀਅਲ, ਭਾਈਚਾਰੇ ਵਾਲਾ ਆਈਡੀਅਲਸ, ਇਹ ਸਾਰੇ ਸੰਵਿਧਾਨ ਦੇ ਆਈਡੀਅਲਸ ਆ। ਤੇ ਇਸ ਦੀਆਂ ਸੰਸਥਾਵਾਂ, ਸੰਵਿਧਾਨ ਦੀਆਂ ਸੰਸਥਾਵਾਂ ਕਿਹੜੀਆਂ ਕਿਹੜੀਆਂ? ਐਗਜ਼ੀਕਿਊਟਿਵ, ਜੁਡੀਸ਼ਰੀ, ਹੈ ਨਾ, ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਸੰਸਥਾਵਾਂ ਆ, ਇਲੈਕਸ਼ਨ ਕਮਿਸ਼ਨ ਵਗੈਰਾ, ਇਹ ਸਾਰੇ ਦਾ ਰਿਸਪੈਕਟ ਕਰਨੀ। ਆਜ਼ਾਦੀ ਲਈ ਕੌਮੀ ਸੰਘਰਸ਼ ਨੂੰ ਪ੍ਰੇਰਿਤ ਕਰਨ ਵਾਲੇ ਉੱਤਮ ਆਦਰਸ਼ਾਂ ਦੀ ਕਦਰ ਕਰਨੀ। ਉਹ ਜਿਹੜੇ ਆਈਡੀਅਲਸ ਸੀ ਜਿਨ੍ਹਾਂ ਨੂੰ ਫੋਲੋ ਕਰਦੇ ਹੋਏ ਸਾਡੀ ਆਜ਼ਾਦੀ ਦਾ ਸੰਘਰਸ਼ ਲੜਿਆ ਗਿਆ, ਉਹਨਾਂ ਦੀ ਕਦਰ ਕਰਨੀ ਅਤੇ ਪਾਲਣਾ ਕਰਨੀ। ਹੁਣ ਉੱਤਮ ਆਦਰਸ਼ ਕਿਹੜੇ ਸੀ? ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦੀ ਜੰਗ ਲੜੀ, ਇੰਡੀਅਨ ਨੈਸ਼ਨਲ ਕਾਂਗਰਸ ਨੇ ਜਾਂ ਹੋਰਾਂ ਨੇ, ਉਸ ਵੇਲੇ ਸਾਡੇ ਕੁਝ ਬੁਨਿਆਦੀ ਮੁੱਦੇ ਸੀ, ਜਿਸ ਤਰ੍ਹਾਂ ਲੋਕਲ ਰਿਪਰੈਜ਼ੈਂਟੇਸ਼ਨ ਜ਼ਿਆਦਾ ਹੋਵੇ। ਠੀਕ ਹੈ, ਅਸੀਂ ਗੁਲਾਮੀ ਦੇ ਖਿਲਾਫ ਆਵਾਜ਼ ਉਠਾਈ। ਇਹਦਾ ਮਤਲਬ ਗੁਲਾਮੀ ਵਾਲੀਆਂ ਭਾਵਨਾਵਾਂ ਨਹੀਂ ਰੱਖਣੀਆਂ। ਤੇ ਲੋਕਲ ਰਿਪਰੈਜ਼ੈਂਟੇਸ਼ਨ ਦੀ ਗੱਲ ਹੋ ਗਈ, ਜਿਹੜੀ ਆਪਣੀ ਮਾਤ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ, ਇਸ ਤਰ੍ਹਾਂ ਦੀਆਂ ਗੱਲਾਂ, ਇਹ ਸਾਡੇ ਆਦਰਸ਼ ਸੀ ਜਦੋਂ ਅਸੀਂ ਫਰੀਡਮ ਸਟਰਗਲ ਕੀਤਾ। ਤੇ ਉਹ ਸਾਰੇ ਆਦਰਸ਼ਾਂ ਨੂੰ ਕੀ ਆ, ਉਹਦੀ ਕਦਰ ਕਰਨੀ, ਉਹਦਾ ਪਾਲਣ ਕਰਨਾ। ਭਾਰਤ ਦੀ ਪ੍ਰਭੂ ਸੱਤਾ ਮਤਲਬ ਸੋਵਰਨਟੀ ਮੀਨ ਅਸੀਂ ਆਪਣੇ ਦੇਸ਼ ਤੇ ਆਪ ਰਾਜ ਕਰਦੇ ਪਏ ਹਾਂ, ਕੋਈ ਬਾਹਰੀ ਸ਼ਕਤੀ ਸਾਡੇ ਉੱਤੇ ਰਾਜ ਨਹੀਂ ਕਰਦੀ ਪਈ। ਅਸੀਂ ਆਪਣੇ ਦੇਸ਼ ਲਈ ਡਿਸੀਜ਼ਨ ਲੈਣ ਲਈ ਸਮਰੱਥ ਹਾਂ, ਕਿਸੇ ਬਾਹਰੀ ਦਬਾਅ ਤੇ ਅਸੀਂ ਆਪਣੇ ਦੇਸ਼ ਲਈ ਡਿਸੀਜ਼ਨ ਨਹੀਂ ਲੈਂਦੇ। ਇਸ ਦੀ ਏਕਤਾ, ਯੂਨਿਟੀ ਅਤੇ ਅਖੰਡਤਾ, ਇੰਟੀਗ੍ਰਿਟੀ, ਇਸ ਨੂੰ ਬਰਕਰਾਰ ਰੱਖਣਾ ਅਤੇ ਰੱਖਿਆ ਕਰਨੀ, ਇਹ ਵੀ ਕੀ ਆ, ਕਰਤੱਵ ਆ ਹਰੇਕ ਨਾਗਰਿਕ ਦਾ। ਦੇਸ਼ ਦੀ ਰੱਖਿਆ ਕਰਨਾ ਅਤੇ ਰਾਸ਼ਟਰੀ ਸੇਵਾ ਪ੍ਰਦਾਨ ਕਰਨਾ, ਜਦੋਂ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ। ਰੱਖਿਆ ਕਰਨਾ ਦੇਸ਼ ਦੀ, ਅਤੇ ਜਦੋਂ ਤੁਹਾਨੂੰ ਕਿਹਾ ਜਾਵੇ ਕਿ ਆਪਣੇ ਦੇਸ਼ ਦੇ ਲਈ ਸੇਵਾ ਪ੍ਰਦਾਨ ਕਰੋ, ਤੇ ਉਸ ਨਾਲ ਤੁਸੀਂ ਨਾ ਨਹੀਂ ਕਰਨੀ, ਤੁਸੀਂ ਉਸ ਨਾਲ ਵੀ ਸੇਵਾ ਪ੍ਰਦਾਨ ਕਰਨੀ ਆ ਦੇਸ਼ ਦੀ ਰੱਖਿਆ ਲਈ। ਤੇ ਇਸ ਤਰ੍ਹਾਂ ਦੇ ਤੁਹਾਨੂੰ ਨਾ ਇੱਕ ਲਾਈਨ ਦਿੱਤੀ ਜਾ ਸਕਦੀ ਆ ਤੇ ਪੁੱਛਿਆ ਜਾ ਸਕਦਾ ਕਿ ਇਹ ਫੰਡਾਮੈਂਟਲ ਰਾਈਟ ਆ, ਕੀ ਇਹ ਡਾਇਰੈਕਟਿਵ ਪ੍ਰਿੰਸੀਪਲ ਆ, ਕੀ ਇਹ ਫੰਡਾਮੈਂਟਲ ਡਿਊਟੀ ਆ, ਦੱਸੋ ਕੀ ਹੈ ਜੀ। ਤੁਹਾਨੂੰ ਇਹ ਸਾਰੇ ਯਾਦ ਹੋਣਗੇ ਤਾਂ ਤੁਸੀਂ ਫਟ ਕੈਚ ਕਰ ਲਓਗੇ ਕਿ ਇਹ ਫੰਡਾਮੈਂਟਲ ਡਿਊਟੀ ਆ। ਬਾਕੀ ਨਾ ਜਦੋਂ ਤੁਸੀਂ ਪੜ੍ਹੋਗੇ ਤਾਂ ਵਰਡਿੰਗ ਤੋਂ ਪਤਾ ਲੱਗ ਜਾਂਦਾ ਵੀ ਦੇਸ਼ ਦੀ ਰੱਖਿਆ ਕਰਨੀ, ਇਹ ਨਾਗਰਿਕਾਂ ਨੂੰ ਕਿਹਾ ਗਿਆ ਆ ਵੀ ਤੁਸੀਂ ਇਸ ਤਰ੍ਹਾਂ ਕਰਨਾ ਆ। ਤੇ ਤੁਸੀਂ ਵਰਡਿੰਗ ਨੂੰ ਜਦੋਂ ਧਿਆਨ ਨਾਲ, ਸ਼ਬਦਾਂ ਨੂੰ ਧਿਆਨ ਨਾਲ ਪੜ੍ਹੋਗੇ ਐਗਜ਼ਾਮ ਵਿੱਚ, ਤੁਹਾਨੂੰ ਥੋੜ੍ਹਾ ਆਈਡੀਆ ਹੋ ਜਾਣਾ ਕਿ ਇਹ ਇਨਸਾਨਾਂ ਨੂੰ ਕਿਹਾ ਗਿਆ ਹੈ ਜਾਂ ਸਰਕਾਰ ਨੂੰ ਕਿਹਾ ਗਿਆ ਹੈ, ਹੈ ਨਾ। ਇਹ ਉਹਦੀ ਵਰਡਿੰਗ ਤੋਂ ਤੁਸੀਂ ਕਾਫੀ ਅੰਦਾਜ਼ਾ ਲਗਾ ਸਕਦੇ ਹੋ। ਧਾਰਮਿਕ, ਭਾਸ਼ਾਈ
ਅਤੇ ਖੇਤਰੀ, ਮੈਂ ਇਸ ਧਰਮ ਦਾ ਆ, ਮੈਂ ਇਸ ਭਾਸ਼ਾ ਨੂੰ ਬਿਲੋਂਗ ਕਰਦਾ ਆ, ਮੇਰਾ ਆਹ ਖੇਤਰ ਆ, ਜਾਂ ਵੱਖ-ਵੱਖ ਫਿਰਕੇ, ਕੋਈ ਹੋਰ ਸੈਕਸ਼ਨ ਨੂੰ ਤੁਸੀਂ ਬਿਲੋਂਗ ਕਰਦੇ ਆ। ਇਹਨਾਂ ਵਿਭਿੰਨਤਾਵਾਂ ਤੋਂ ਉੱਤੇ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਸਦਭਾਵਨਾ, ਠੀਕ ਹੈ ਨਾ, ਅਤੇ ਸਾਂਝੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਔਰਤਾਂ ਦੇ ਸਨਮਾਨ ਲਈ ਅਪਮਾਨਜਨਕ ਅਭਿਆਸਾਂ ਨੂੰ ਤਿਆਗਣਾ। ਅਜਿਹੀ ਐਕਟੀਵਿਟੀਜ਼ ਜਿਹੜੀ ਕੀ ਆ ਔਰਤਾਂ ਦੇ ਸਨਮਾਨ ਦੇ ਖਿਲਾਫ ਜਾਂਦੀਆਂ ਆ, ਉਹਨਾਂ ਨੂੰ ਤਿਆਗਣਾ। ਇਹ ਕੰਮ ਕਰਨੇ ਜੀ, ਇਹ ਰੱਟੇ ਲਾ ਲੈਣੇ ਤੁਸੀਂ ਜੀ। ਫੰਡਾਮੈਂਟਲ ਡਿਊਟੀਜ਼ ਬਹੁਤ ਜ਼ਰੂਰੀ ਆ, ਇੰਪੋਰਟੈਂਟ ਆ। ਅਗਲੀ ਡਿਊਟੀ ਆ ਜੀ, ਦੇਸ਼ ਦੇ ਸੰਯੁਕਤ ਸੱਭਿਆਚਾਰ ਦੀ ਅਮੀਰ ਵਿਰਾਸਤ ਦੀ ਕਦਰ ਅਤੇ ਸੰਭਾਲ ਕਰਨਾ। ਸਾਡੇ ਦੇਸ਼ ਦਾ ਜਿਹੜਾ ਕੰਪੋਜ਼ਿਟ ਕਲਚਰ ਆ, ਹੈ ਨਾ, ਕਿੰਨੇ ਤਰ੍ਹਾਂ ਦੇ ਕਲਚਰ ਮਿਕਸ ਹੋ ਕੇ ਸਾਡੇ ਦੇਸ਼ ਦਾ ਇੱਕ ਆਪਣਾ ਕੰਪੋਜ਼ਿਟ ਕਲਚਰ ਬਣਿਆ, ਉਹਦੀ ਸੰਭਾਲ ਕਰਨੀ, ਉਹਨੂੰ ਰਿਸਪੈਕਟ ਦੇਣੀ, ਹੈ ਨਾ, ਉਹਦੀ ਕਦਰ ਕਰਨੀ ਅਤੇ ਸੰਭਾਲ ਕਰਨੀ ਆਪਣੇ ਕੰਪੋਜ਼ਿਟ ਕਲਚਰ ਦੀ। ਬਸ ਜਦੋਂ ਤੁਸੀਂ ਪੁਆਇੰਟ ਯਾਦ ਕਰਨੇ ਇਸ ਤਰ੍ਹਾਂ ਹੀ ਯਾਦ ਕਰਨੇ ਆ, ਕੰਪੋਜ਼ਿਟ ਕਲਚਰ ਵਾਲਾ ਪੁਆਇੰਟ, ਇੱਕ ਆਪਸੀ ਭਾਈਚਾਰੇ ਵਾਲਾ ਪੁਆਇੰਟ, ਇਸ ਤਰ੍ਹਾਂ ਇਹ ਤੁਹਾਡੇ ਨਾ ਨੋਟਸ ਹੁੰਦੇ ਆ, ਕੀਵਰਡਸ ਹੁੰਦੇ ਆ, ਇਹਨਾਂ ਉੱਤੇ ਜ਼ਰੂਰ ਫੋਕਸ ਰੱਖਣਾ। ਹੁਣ ਦੇਖੋ ਜੀ, ਜੰਗਲਾਂ, ਝੀਲਾਂ, ਨਦੀਆਂ ਅਤੇ ਜੰਗਲੀ ਜੀਵਾਂ, ਇਹਨਾਂ ਸਾਰਿਆਂ ਸਮੇਤ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨੀ, ਉਹਦਾ ਸੁਧਾਰ ਕਰਨਾ ਅਤੇ ਜੀਵਿਤ ਪ੍ਰਾਣੀਆਂ ਲਈ ਹਮਦਰਦੀ ਰੱਖਣਾ। ਜੀਵਿਤ ਪ੍ਰਾਣੀਆਂ ਲਈ ਹਮਦਰਦੀ ਰੱਖਣਾ, ਇੱਥੇ ਕੀਵਰਡ ਆ ਹਮਦਰਦੀ। ਦੇਖੋ ਸੇਮ ਜੀ ਲਾਈਨ ਨਾ ਤੁਹਾਡੀ ਡਾਇਰੈਕਟਿਵ ਪ੍ਰਿੰਸੀਪਲ ਵਿੱਚ ਵੀ ਆ, ਸੇਮ ਲਾਈਨ ਡਾਇਰੈਕਟਿਵ ਪ੍ਰਿੰਸੀਪਲ ਵਿੱਚ ਵੀ ਆ, ਅਤੇ ਤੁਸੀਂ ਐਗਜ਼ਾਮ 'ਚ ਕਨਫਿਊਜ਼ ਹੋ ਜਾਣਾ ਵੀ ਇਹ ਵਾਲਾ ਪੁਆਇੰਟ ਜੰਗਲਾਂ ਉੱਤੇ, ਜੰਗਲੀ ਜੀਵਾਂ ਉੱਤੇ, ਹੈ ਨਾ, ਇਹ ਸਾਰਾ ਪੁਆਇੰਟ ਆ ਵਾਤਾਵਰਨ ਉੱਤੇ, ਇਹ ਡਾਇਰੈਕਟਿਵ ਪ੍ਰਿੰਸੀਪਲ ਆ ਜਾਂ ਫੰਡਾਮੈਂਟਲ ਡਿਊਟੀ ਆ। ਅਤੇ ਇੱਥੇ ਹਮਦਰਦੀ ਵਾਲਾ ਸ਼ਬਦ ਆ ਨਾ ਜਿਹੜਾ, ਹੁਣ ਹਮਦਰਦੀ ਤਾਂ ਇਨਸਾਨ ਹੀ ਰੱਖ ਸਕਦੇ ਆ, ਨਾਗਰਿਕ ਹੀ ਰੱਖ ਸਕਦੇ ਆ, ਇਸ ਕਰਕੇ ਇਹ ਫੰਡਾਮੈਂਟਲ ਡਿਊਟੀ ਆ ਜੀਵਿਤ ਪ੍ਰਾਣੀਆਂ ਲਈ। ਬਾਕੀ ਦੋਵਾਂ ਦੀ ਲੈਣਾ ਤੁਹਾਨੂੰ ਸੇਮ ਜਿਹੀਆਂ ਲੱਗਣੀਆਂ, ਅਤੇ ਤੁਸੀਂ ਇਹਨਾਂ ਨੂੰ ਇੱਕ ਦੋ ਵਾਰੀ ਪੜ੍ਹ ਕੇ ਸਮਝ ਲੈਣਾ ਕੀ ਫਰਕ ਆ ਦੋਵਾਂ ਵਿੱਚ। ਫੰਡਾਮੈਂਟਲ ਡਿਊਟੀ ਅਤੇ ਡਾਇਰੈਕਟਿਵ ਪ੍ਰਿੰਸੀਪਲ ਆਪਣੇ ਐਨੀਮਲ ਉੱਤੇ, ਵਾਤਾਵਰਨ ਉੱਤੇ, ਇਹ ਹੈਗੇ ਆ ਸਾਡੇ ਕੋਲ, ਦੋਨੋਂ ਸੇਮ ਜਿਹੇ ਪੁਆਇੰਟ ਆ। ਟੂ ਪ੍ਰੋਟੈਕਟ ਐਂਡ ਇੰਪਰੂਵ ਦਾ ਨੈਚੁਰਲ ਐਨਵਾਇਰਨਮੈਂਟ including forests, lakes, rivers and wildlife, and to have compassion for living creatures, living creature ਲਈ ਹਮਦਰਦੀ ਰੱਖਣੀ, ਕੰਪੈਸ਼ਨ ਰੱਖਣਾ। ਵਿਗਿਆਨਿਕ ਸੁਭਾਅ, ਮਾਨਵਵਾਦ ਅਤੇ ਜਾਂਚ ਅਤੇ ਸੁਧਾਰ ਦੀ ਭਾਵਨਾ ਨੂੰ ਵਿਕਸਿਤ ਕਰਨਾ। ਅੰਗਰੇਜ਼ੀ 'ਚ ਪੜ੍ਹ ਲਈਏ, ਟੂ ਡਿਵੈਲਪ ਸਾਇੰਟੀਫਿਕ ਟੈਂਪਰ, ਹੈ ਨਾ, ਸਾਇੰਟੀਫਿਕ ਵਿਗਿਆਨਿਕ ਸੁਭਾਅ, ਸਾਇੰਟੀਫਿਕ ਟੈਂਪਰ, ਚੀਜ਼ਾਂ ਨੂੰ ਘੋਖਣਾ ਪੜਤਾਲਣਾ। ਹਿਊਮੈਨਿਜ਼ਮ, ਮਾਨਵਤਾ ਵਾਲੀ ਭਾਵਨਾ, ਐਂਡ ਦਾ ਸਪਿਰਿਟ ਆਫ ਇਨਕੁਆਇਰੀ ਐਂਡ ਰਿਫੋਰਮ, ਇਸ ਤਰ੍ਹਾਂ ਦੀ ਭਾਵਨਾ ਆਪਣੇ ਅੰਦਰ ਰਹਿਣੀ ਕਿ ਅਸੀਂ ਚੀਜ਼ਾਂ ਨੂੰ ਘੋਖੀਏ, ਪੜਤਾਲੀਏ, ਇਨਕੁਆਇਰੀ ਕਰਨੀ ਅਤੇ ਸੋਧ ਕਰਨ ਵਾਲੀ ਭਾਵਨਾ ਸਾਡੇ ਅੰਦਰ ਹੋਵੇ। ਜਨਤਕ ਸੰਪੱਤੀ ਦੀ ਰਾਖੀ ਅਤੇ ਹਿੰਸਾ ਨੂੰ ਛੱਡਣਾ। ਜਨਤਕ ਸੰਪੱਤੀ ਜਿਹੜੀ ਪਬਲਿਕ ਪ੍ਰੋਪਰਟੀ ਆ, ਉਹਦੀ ਰਾਖੀ ਕਰਨੀ ਅਤੇ ਵਾਇਲੈਂਸ ਨੂੰ ਛੱਡਣਾ, ਹਿੰਸਾ ਨੂੰ ਛੱਡਣਾ। ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਉੱਤਮਤਾ ਵੱਲ ਯਤਨ ਕਰਨਾ ਤਾਂ ਜੋ ਰਾਸ਼ਟਰ ਨਿਰੰਤਰ ਯਤਨਾਂ ਅਤੇ ਪ੍ਰਾਪਤੀਆਂ ਦੇ ਉੱਚ ਪੱਧਰਾਂ 'ਤੇ ਚੜ੍ਹਦਾ ਰਹੇ। ਇਹਨੂੰ ਅੰਗਰੇਜ਼ੀ 'ਚ ਪੜ੍ਹਦੇ ਹਾਂ ਤਾਂ ਸਮਝ ਲੱਗਣੀ ਵੀ ਇਸ ਤਰ੍ਹਾਂ ਕੰਮ ਕਰਨਾ ਕਿ ਤੁਸੀਂ ਨਾ ਆਪਣੀ ਜ਼ਿੰਦਗੀ ਦੇ ਹਰੇਕ ਪਹਿਲੂ ਵਿੱਚ ਉਤੀਰਨ ਹੋਣਾ, ਐਕਸੀਲੈਂਸ ਵੱਲ ਜਾਣਾ। ਟੂ ਸਟਰਾਈਵ ਟੁਆਰਡਸ ਐਕਸੀਲੈਂਸ ਇਨ ਆਲ ਸਪੀਅਰਸ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ, ਤਾਂ ਕਿ so that the nation constantly rises to higher levels of endeavor and achievement, ਠੀਕ, ਤਾਂ ਕਿ ਅਸੀਂ ਦੇਖੋ ਅਸੀਂ ਉੱਦਮ ਕਰਾਂਗੇ ਤਾਂ ਹੀ ਤਾਂ ਦੇਸ਼ ਵੀ ਅੱਗੇ ਵਧੇਗਾ। ਉਹੀ ਗੱਲ ਆ ਜੀ, ਤੁਸੀਂ ਇਸ ਤਰ੍ਹਾਂ ਦਾ ਮਿਹਨਤ ਕਰਨੀ ਆ, ਐਕਸੀਲੈਂਸ ਲੈ ਕੇ ਆਉਣੀ ਆ ਕਿ ਸਾਡਾ ਦੇਸ਼ ਵੀ ਉੱਨਤੀ ਕਰੇ। 6 ਤੋਂ 14 ਸਾਲ ਦੀ ਉਮਰ ਦੇ ਵਿਚਕਾਰ ਆਪਣੇ ਬੱਚੇ ਜਾਂ ਵਾਰਡ ਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ। 6 ਤੋਂ 14 ਸਾਲ ਦੀ ਉਮਰ ਦੇ ਬੱਚਾ ਤੁਹਾਡਾ ਆ ਜਾਂ ਅਜਿਹਾ ਬੱਚਾ ਜਿਸ ਦੀ ਸਰਪ੍ਰਸਤੀ ਤੁਹਾਡੇ ਹੱਥ ਵਿੱਚ ਆ, ਦੇਖ ਰੇਖ ਤੁਹਾਡੇ ਹੱਥ ਵਿੱਚ ਆ, ਉਹਨੂੰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ। ਇਹ ਡਿਊਟੀ 86ਵੇਂ ਸੰਵਿਧਾਨਿਕ ਸ਼ੋਧ ਐਕਟ ਦੁਆਰਾ 2002 ਵਿੱਚ ਜੋੜੀ ਗਈ ਸੀ, ਹੈ ਨਾ, 86ਵੇਂ। ਇਹ ਹੋ ਗਈ ਜੀ, ਇਹ ਸਾਡੀ 11ਵੀਂ ਸੀਗੀ ਡਿਊਟੀ, ਜਿਹੜੀ ਬਾਅਦ ਵਿੱਚ ਐਡ ਕੀਤੀ ਗਈ ਜਦੋਂ ਰਾਈਟ ਟੂ ਐਜੂਕੇਸ਼ਨ ਐਕਟ ਆਇਆ, 86 ਕੌਂਸਟੀਟਿਊਸ਼ਨਲ ਅਮੈਂਡਮੈਂਟ ਦੁਆਰਾ ਐਡ ਕੀਤੀ ਗਈ ਇਹ ਡਿਊਟੀ। ਫੰਡਾਮੈਂਟਲ ਡਿਊਟੀਜ਼ ਗੈਰ ਨਿਆਂਯੋਗ ਹਨ, ਨਾਨ ਜਸਟਿਸੀਏਬਲ ਆ, ਮਤਲਬ ਇਹਨਾਂ ਦੀ ਅਵਹੇਲਨਾ ਹੋਣ 'ਤੇ ਤੁਸੀਂ ਕੋਰਟ ਜਾ ਕੇ ਇਹਨਾਂ ਨੂੰ ਲਾਗੂ ਨਹੀਂ ਕਰਵਾ ਸਕਦੇ।
ਹਾਲਾਂਕਿ ਸੰਸਦ ਉਹਨਾਂ ਨੂੰ ਲਾਗੂ ਕਰਨ ਲਈ ਕਾਨੂੰਨ ਬਣਾ ਸਕਦੀ ਹੈ। ਸੰਸਦ ਕਾਨੂੰਨ ਬਣਾ ਸਕਦੀ ਹੈ ਇਹਨਾਂ ਨੂੰ ਲਾਗੂ ਕਰਨ ਲਈ, ਪਰ ਜੇ ਨਹੀਂ ਕਾਨੂੰਨ ਬਣਾਇਆ ਤਾਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਫੰਡਾਮੈਂਟਲ ਡਿਊਟੀ ਨੂੰ ਲਾਗੂ ਕਿਉਂ ਨਹੀਂ ਕੀਤਾ, ਉਹ ਨਿਆਂਪਾਲਿਕਾ ਕੋਲ ਨਹੀਂ ਜਾ ਸਕਦਾ। ਫੰਡਾਮੈਂਟਲ ਰਾਈਟਸ ਜਸਟਿਸੇਬਲ ਆ, ਉਸ ਦੀ ਵਾਇਓਲੇਸ਼ਨ ਤੇ ਤੁਸੀਂ ਕੋਰਟ ਜਾ ਸਕਦੇ ਹੋ। ਓਕੇ ਜੀ, ਹੁਣ ਕੁਛ ਨਾ ਕ੍ਰਿਟਿਸਿਜ਼ਮ ਪੜ੍ਹ ਲਈਏ, ਫੰਡਾਮੈਂਟਲ ਡਿਊਟੀਜ਼ ਦਾ ਬੁਨਿਆਦੀ ਕਰਤੱਵਾਂ ਦੀ ਆਲੋਚਨਾ ਪੜ੍ਹ ਲਈਏ। ਉਹ ਕੀ ਆਲੋਚਨਾ ਆ? ਇੱਕ ਜੀ, ਸੂਚੀ ਵਿੱਚ ਕਈ ਹੋਰ ਮਹੱਤਵਪੂਰਨ ਫਰਜ਼ ਸ਼ਾਮਿਲ ਨਹੀਂ ਹਨ। ਦੇਖੋ ਸਵਰਨ ਸਿੰਘ ਕਮੇਟੀ ਨੇ ਵੀ ਰਿਕਮੈਂਡੇਸ਼ਨ ਕੀਤੀ ਸੀ ਕਈ ਇੰਪੋਰਟੈਂਟ ਡਿਊਟੀਜ਼ ਦੀ, ਤੇ ਕਈ ਹੋਰ ਇੰਪੋਰਟੈਂਟ ਡਿਊਟੀਜ਼ ਹੈ ਵੀ ਜਿਹੜੀ ਕਿ ਲਿਸਟ ਵਿੱਚ ਹੋਣੀ ਚਾਹੀਦੀਆਂ ਸੀਗੀਆਂ ਪਰ ਉਹ ਸ਼ਾਮਿਲ ਨਹੀਂ ਕੀਤੀਆਂ ਗਈਆਂ। ਜਿੱਦਾਂ ਦੇਖੋ ਟੈਕਸ ਟੂ ਪੇ ਟੈਕਸ ਅਦਾ ਕਰਨਾ ਵੀ ਫੰਡਾਮੈਂਟਲ ਡਿਊਟੀ ਹੋਣੀ ਚਾਹੀਦੀ ਆ, ਪਰ ਇਹ ਨਹੀਂ ਲਿਸਟ ਕੀਤੀ ਗਈ। ਵੋਟ ਪਾਉਣਾ ਇਹ ਵੀ ਤੁਹਾਡੀ ਫੰਡਾਮੈਂਟਲ ਡਿਊਟੀ ਹੋਣੀ ਚਾਹੀਦੀ ਆ। ਪਰਿਵਾਰ ਨਿਯੋਜਨ ਹੈ ਨਾ, ਫੈਮਿਲੀ ਪਲੈਨਿੰਗ, ਇਹ ਵੀ ਫੰਡਾਮੈਂਟਲ ਡਿਊਟੀ ਹੋਣੀ ਚਾਹੀਦੀ ਆ। ਇੰਪੋਰਟੈਂਟ ਪੁਆਇੰਟ ਹੈ ਸਾਰੇ, ਪਰ ਇਹ ਨਹੀਂ ਲਿਖੇ ਗਏ, ਫੰਡਾਮੈਂਟਲ ਡਿਊਟੀ ਵਿੱਚ ਮੈਂਸ਼ਨ ਨਹੀਂ ਆ। ਵਰਤੇ ਗਏ ਵਾਕਾਂਸ਼ ਅਸਪਸ਼ਟ ਹਨ ਅਤੇ ਵੱਖ-ਵੱਖ ਵਿਆਖਿਆਵਾਂ ਦਾ ਕਾਰਨ ਬਣ ਸਕਦੇ ਹਨ। ਦੇਖੋ ਫੰਡਾਮੈਂਟਲ ਡਿਊਟੀ ਵਿੱਚ ਕੁਝ ਸ਼ਬਦ, ਕੁਝ ਵਾਕਾਂਸ਼ ਵਰਤੇ ਗਏ ਆ। ਉੱਚੇ ਆਦਰਸ਼, ਹੁਣ ਉੱਚਾ ਆਦਰਸ਼ ਐਗਜ਼ੈਕਟ ਕੀ ਆ? ਮੈਂ ਤਾਂ ਤੁਹਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਈਡੀਅਲ ਹੈ ਨਾ, ਹਾਇਰ ਆਈਡੀਅਲਸ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ ਵਾਲੇ ਆਈਡੀਅਲ, ਪਰ ਐਗਜ਼ੈਕਟਲੀ ਇਹ ਕੀ ਆ? ਇਹ ਹੁਣ ਅਸਪਸ਼ਟ ਆ। ਕੰਪੋਜ਼ਿਟ ਕਲਚਰ ਕੀ ਆ? ਇਹ ਵੀ ਅਸਪਸ਼ਟ ਆ। ਕੰਪੋਜ਼ਿਟ ਕਲਚਰ, ਵਿਗਿਆਨਿਕ ਸੁਭਾਅ, ਸਾਇੰਟੀਫਿਕ ਟੈਂਪਰਾਮੈਂਟ, ਇਹ ਨਾ ਵੱਡੇ ਵੱਡੇ ਸ਼ਬਦ ਆ, ਵਾਕਾਂਸ਼ ਆ, ਇਹਨਾਂ ਦੇ ਮਤਲਬ ਐਗਜ਼ੈਕਟਲੀ ਕਲੀਅਰ ਨਹੀਂ ਆ। ਠੀਕ, ਤੇ ਹੋਰ ਦੇਖੋ ਜੀ, ਹੁਣ ਦੇਖੋ ਨਾ ਆ ਜਿਹੜਾ ਹੈ ਸੰਯੁਕਤ ਸੱਭਿਆਚਾਰ। ਹੁਣ ਮੰਨ ਲਓ ਕਿ ਕੋਈ, ਜਿੱਦਾਂ ਆਪਾਂ ਕਹਿ ਲਈਏ ਕਿ ਕੋਈ ਸਪੈਸ਼ਲ ਧਾਰਮਿਕ ਮੇਲਾ ਆ ਜਾਂ ਪ੍ਰੋਗਰਾਮ ਆ, ਤੇ ਸਰਕਾਰ ਉਹਦੇ ਉੱਤੇ ਪੈਸੇ ਖਰਚੇ ਲੱਗ ਗਈ, ਤਾਂ ਸਰਕਾਰ ਕਹਿ ਸਕਦੀ ਆ ਜਾਂ ਕੋਈ ਇੰਸਟੀਟਿਊਸ਼ਨ ਸਰਕਾਰ ਦਾ ਕਹਿ ਸਕਦਾ, ਦੇਖੋ ਜੀ ਇਹ ਤਾਂ ਸਾਡੇ ਸੰਯੁਕਤ ਸੱਭਿਆਚਾਰ ਦਾ ਪਾਰਟ ਆ, ਹੈ ਨਾ, ਉਹਦੀ ਇੰਟਰਪ੍ਰੀਟੇਸ਼ਨ ਹੋ ਸਕਦੀ ਆ। ਤੇ ਇਸ ਤਰ੍ਹਾਂ ਦੀਆਂ ਕਈ ਇੰਟਰਪ੍ਰੀਟੇਸ਼ਨਸ ਹੋ ਸਕਦੀਆਂ ਇਸ ਤਰ੍ਹਾਂ। ਇਸ ਕਰਕੇ ਇਹ ਜਿਹੜੀ ਵਾਕਾਂਸ਼ ਆ ਕੀ ਆ, ਕਾਫੀ ਅਸਪਸ਼ਟ ਆ, ਕਲੀਅਰ ਨਹੀਂ ਆ। ਅੱਗੇ ਹੈ ਜੀ ਗੈਰ ਨਿਆਂਯੋਗ, ਨੋਨ ਜਸਟਿਸੇਬਲ। ਫੰਡਾਮੈਂਟਲ ਡਿਊਟੀ ਤੁਸੀਂ ਐਡ ਤਾਂ ਕਰਦੀਆਂ, ਪਰ ਇਹਨਾਂ ਦੀ ਅਵਹੇਲਨਾ ਤੇ ਉਲੰਘਣਾ ਤੇ ਕੋਈ ਬੰਦਾ ਕੋਰਟ ਨਹੀਂ ਜਾ ਸਕਦਾ। ਅੱਛਾ ਜੀ, ਹਾਲਾਂਕਿ ਸਵਰਨ ਸਿੰਘ ਕਮੇਟੀ ਨੇ ਮੌਲਿਕ ਡਿਊਟੀਆਂ ਨਾ ਨਿਭਾਉਣ ਲਈ ਸਜ਼ਾ ਦਾ ਸੁਝਾਅ ਦਿੱਤਾ ਸੀ। ਕਮੇਟੀ ਨੇ ਕਿਹਾ ਸੀ ਜੇ ਫੰਡਾਮੈਂਟਲ ਡਿਊਟੀਜ਼ ਕੋਈ ਨਹੀਂ ਨਿਭਾਉਂਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ, ਪਰ ਇਸ ਤਰ੍ਹਾਂ ਨਹੀਂ ਹੋਇਆ। ਪਰ ਇਹਦੇ ਜਵਾਬ ਵਿੱਚ ਇਹ ਆਨਸਰ ਆ ਕਿ ਦੇਖੋ ਜੀ ਸਾਡੇ ਕੋਲ ਫੰਡਾਮੈਂਟਲ ਰਾਈਟਸ ਆ, ਤੇ ਇੱਕ ਫੰਡਾਮੈਂਟਲ ਰਾਈਟਸ, ਕਿਸੇ ਇੱਕ ਦਾ ਫੰਡਾਮੈਂਟਲ ਰਾਈਟ ਦੂਜੇ ਦੀ ਕੀ ਹੁੰਦੀ ਹੈ, ਡਿਊਟੀ ਹੁੰਦੀ ਆ। ਤਾਂ ਇਸ ਲਈ ਕੋਈ ਇੰਨੀ ਵੀ ਕੋਈ ਅਣਹੋਣੀ ਨਹੀਂ ਹੋਈ ਕਿ ਜੇ ਅਸੀਂ ਫੰਡਾਮੈਂਟਲ ਡਿਊਟੀਜ਼ ਨੂੰ ਜਸਟਿਸੇਬਲ ਨਹੀਂ ਬਣਾਇਆ। ਬਰਮਾ ਕਮੇਟੀ ਨੇ ਕੀ ਵਿਚਾਰ ਦਿੱਤੇ ਸੀ, ਇਹ ਪੜ੍ਹ ਲੈਂਦੇ ਹਾਂ। ਦੇਖੋ ਬਰਮਾ ਕਮੇਟੀ ਇੱਕ ਤਾਂ ਦੇਖੋ ਕੁਝ ਸਾਲ ਪਹਿਲਾਂ ਜਦੋਂ ਆਪਣੇ ਦਿੱਲੀ ਰੇਪ ਇੰਸੀਡੈਂਟ ਹੋਇਆ ਸੀ, ਉਸ ਵੇਲੇ ਬਰਮਾ ਕਮੇਟੀ ਬਣੀ ਸੀ ਇਹ ਸਭ ਇੰਸੀਡੈਂਟ ਨੂੰ ਦੁਬਾਰਾ ਤੋਂ ਦੇਖਣ ਲਈ ਵੀ ਰੇਪ ਲਾਅ ਕਿੰਨੇ ਕੁ ਸਟਰੋਂਗ ਆ, ਕੀ ਹੋਰ ਸੁਧਾਰਾਂ ਦੀ ਲੋੜ ਆ। ਇੱਕ ਇੱਥੇ ਬਰਮਾ ਕਮੇਟੀ ਬਣੀ ਸੀ ਪਹਿਲਾਂ 1999 ਵਿੱਚ। ਇਸ ਨੇ ਇਹ ਦੇਖਿਆ ਸੀ ਕਿ ਜਿਹੜੀ ਸਾਡੀਆਂ ਫੰਡਾਮੈਂਟਲ ਡਿਊਟੀਜ਼ ਆ ਨਾ, ਹੈ ਨਾ, ਉਹਨਾਂ ਨੂੰ ਲਾਗੂ ਕਰਨ ਲਈ, ਉਹਨਾਂ ਦੀ ਇੰਪਲੀਮੈਂਟੇਸ਼ਨ ਲਈ ਸਾਡੇ ਕੋਲ ਕਿਹੜੀਆਂ ਲੀਗਲ ਪ੍ਰੋਵੀਜ਼ਨਸ ਆ, ਕਾਨੂੰਨੀ ਵਿਵਸਥਾਵਾਂ ਹਨ। ਤੇ ਉਸਨੇ ਸਟੱਡੀ ਕੀਤੀ ਤੇ ਕੁਝ ਵਿਵਸਥਾਵਾਂ ਲੱਭੀਆਂ, ਕੁਝ ਕਾਨੂੰਨ ਲੱਭੇ ਜਿਹੜੇ ਕਿ ਫੰਡਾਮੈਂਟਲ ਡਿਊਟੀ ਨੂੰ ਲਾਗੂ ਕਰਵਾਉਂਦੇ ਸਨ। ਆਪਣੀ ਬਰਮਾ ਕਮੇਟੀ ਕਿਸ ਤੇ ਬਣੀ? ਨਾਗਰਿਕਾਂ ਦੇ ਬੁਨਿਆਦੀ ਕਰਤੱਵਾਂ ਬਾਰੇ ਕਮੇਟੀ ਬਣੀ ਬਰਮਾ ਕਮੇਟੀ 1999 ਵਿੱਚ। ਇਸ ਨੇ ਬੁਨਿਆਦੀ ਕਰਤੱਵਾਂ ਨੂੰ ਲਾਗੂ ਕਰਨ ਲਈ ਹੇਠ ਲਿਖੀਆਂ ਕਾਨੂੰਨੀ ਵਿਵਸਥਾਵਾਂ ਲੱਭੀਆਂ ਹਨ। ਕਿਹੜੀਆਂ ਵਿਵਸਥਾਵਾਂ ਦੇਖ ਲੈਂਦੇ ਜੀ, ਵੀ ਆਹ ਵਿਵਸਥਾਵਾਂ ਹੈ ਜਿਹੜੀਆਂ ਕਿ ਫੰਡਾਮੈਂਟਲ ਡਿਊਟੀਜ਼ ਨੂੰ ਲਾਗੂ ਕਰਦੀਆਂ ਜੀ। ਪਹਿਲਾ ਹੈ ਜੀ ਨੈਸ਼ਨਲ ਆਨਰ ਐਕਟ 1971। ਆਨਰ ਐਕਟ ਹੈਗਾ ਸਾਡੇ ਕੋਲ, ਇਸ ਨੇ ਦੇਖਿਆ ਕਿ ਇੱਕ ਸਾਡੇ ਕੋਲ ਐਕਟ ਆ ਨੈਸ਼ਨਲ ਆਨਰ ਐਕਟ। ਉਹ ਕੀ ਕਹਿੰਦਾ ਕਿ ਜਿਹੜੇ ਸਾਡੇ ਨੈਸ਼ਨਲ ਆਨਰ ਆ, ਭਾਰਤ ਦਾ ਸੰਵਿਧਾਨ ਹੋ ਗਿਆ, ਰਾਸ਼ਟਰੀ ਝੰਡਾ ਹੋ ਗਿਆ, ਰਾਸ਼ਟਰੀ ਗੀਤ ਹੋ ਗਿਆ, ਜੇ ਇਸ ਦਾ ਨਿਰਾਦਰ ਕੀਤਾ ਜਾਵੇ ਤਾਂ ਪ੍ਰੋਪਰ ਸਜ਼ਾ ਦਾ ਪ੍ਰਬੰਧ ਆ। ਇਸ ਦੀ ਰੋਕਥਾਮ ਲਈ ਉਪਾਅ ਕਰਦਾ ਆ ਆਹ ਵਾਲਾ ਐਕਟ। ਠੀਕ ਹੈ ਜੀ, ਮਤਲਬ ਐਕਟ ਹੈ
ਹੁਣ ਆ ਵੀ ਕੀ ਸੀ, ਫੰਡਾਮੈਂਟਲ ਡਿਊਟੀ ਸੀ। ਫੰਡਾਮੈਂਟਲ ਡਿਊਟੀਜ਼ ਨੂੰ ਲਾਗੂ ਕਰਦਾ ਹੋਇਆ ਇੱਕ ਐਕਟ ਆਇਆ। ਠੀਕ ਹੈ ਜੀ। ਅੱਗੇ ਦੇਖੋ ਜੀ, ਹੁਣ ਅੰਗਰੇਜ਼ੀ 'ਚ ਪੜ੍ਹ ਲੈਂਦੇ ਹਾਂ, ਪੰਜਾਬੀ ਵਿੱਚ ਥੋੜ੍ਹੀ ਕਨਫਿਊਜ਼ਨ ਸੀਗੀ। ਦਾ ਵੇਰੀਅਸ ਕ੍ਰਿਮੀਨਲ ਲਾਜ਼, ਸਾਡੇ ਕੋਲ ਕਈ ਤਰ੍ਹਾਂ ਦੇ ਹੋਰ ਕਾਨੂੰਨ ਵੀ ਆ, ਕ੍ਰਿਮੀਨਲ ਲਾਅ ਵੀ ਹੈਗੇ ਆ। ਦੇਖੋ, ਜੇ ਕੋਈ ਬੰਦਾ ਵੱਖ-ਵੱਖ ਭਾਗਾਂ ਦੇ ਵੱਖ-ਵੱਖ ਗਰੁੱਪਾਂ ਦੇ ਲੋਕਾਂ ਨੂੰ ਆਪਸ ਵਿੱਚ ਭੜਕਾਉਂਦਾ ਆ, ਧਰਮ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ, ਭਾਸ਼ਾ ਦੇ ਆਧਾਰ 'ਤੇ ਜਾਂ ਪਲੇਸ ਆਫ ਬਰਥ ਦੇ ਆਧਾਰ 'ਤੇ, ਇਹ ਕਈ ਆਧਾਰਾਂ 'ਤੇ ਜੇ ਕੋਈ ਬੰਦਾ ਕੋਈ ਗਰੁੱਪ ਦੂਸਰੇ ਗਰੁੱਪਾਂ ਨੂੰ, ਬੰਦਿਆਂ ਨੂੰ ਆਪਸ ਵਿੱਚ ਭੜਕਾਉਂਦਾ ਆ, ਤਾਂ ਉਹ ਕੀ ਆ, ਗੈਰ ਕਾਨੂੰਨੀ ਆ। ਅਸੀਂ ਪੜ੍ਹਿਆ ਨਾ, ਫੰਡਾਮੈਂਟਲ ਡਿਊਟੀ ਆ ਕਿ ਸਾਡੀ ਕਾਮਨ ਬ੍ਰਦਰਹੁੱਡ ਕਾਇਮ ਰੱਖਣੀ ਆ। ਤਾਂ ਜਿਹੜਾ ਕਾਮਨ ਬ੍ਰਦਰਹੁੱਡ ਕਾਇਮ ਨਹੀਂ ਰੱਖਦਾ, ਆਪਸ 'ਚ ਵੈਰ ਭਾਵਨਾ ਪੈਦਾ ਕਰਦਾ ਆ, ਉਹਦੇ ਖਿਲਾਫ ਕ੍ਰਿਮੀਨਲ ਲਾਅ ਹੈਗੇ ਆ। ਦਾ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਐਕਟ, ਯਾਦ ਕਰੋ ਕੀ ਸੀ ਇਹ ਅਨਟੱਚੇਬਿਲਿਟੀ ਦੇ ਖਿਲਾਫ ਆ। ਅਨਟੱਚੇਬਿਲਿਟੀ ਦੇ ਖਿਲਾਫ ਆ, ਛੂਆ-ਛੂਤ ਦੇ ਖਿਲਾਫ ਐਕਟ ਆ। ਵੀ ਤੁਸੀਂ ਸਾਰਿਆਂ ਨੂੰ ਬਰਾਬਰ ਸਮਝਣਾ ਆ। ਠੀਕ, ਕਿਸੇ ਦੇ ਖਿਲਾਫ ਕੋਈ ਵੈਰ ਭਾਵਨਾ ਨਹੀਂ ਪੈਦਾ ਕਰਨੀ। ਇਹ ਵੀ ਐਕਟ ਇੱਕ ਹਿਸਾਬ ਨਾਲ ਫੰਡਾਮੈਂਟਲ ਡਿਊਟੀ ਨੂੰ ਲਾਗੂ ਕਰਵਾਉਂਦਾ। ਅੰਡਰ ਦਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951, ਇਹਦੇ ਤਹਿਤ ਦੇਖੋ ਜੀ, ਡਿਸਕੁਆਲੀਫਿਕੇਸ਼ਨ ਆਫ ਮੈਂਬਰਸ ਆਫ ਪਾਰਲੀਮੈਂਟ ਔਰ ਸਟੇਟ ਲੈਜਿਸਲੇਚਰ। ਕੋਈ ਬੰਦਾ ਆ MP ਆ ਜਾਂ MLA ਆ, ਜੇ ਉਹ ਵੋਟਾਂ ਦੀ ਡਿਮਾਂਡ ਕਰਦਾ ਆ ਧਰਮ ਦੇ ਆਧਾਰ 'ਤੇ ਜਾਂ ਅਲੱਗ-ਅਲੱਗ ਸੈਕਸ਼ਨ ਦੇ ਲੋਕਾਂ ਵਿੱਚ ਆਪਸ 'ਚ ਪਾੜਾ ਪਾ ਕੇ ਵੋਟ ਮੰਗਦਾ ਆ, ਆਪਣਾ ਵੋਟ ਬੇਸ ਵਧਾਉਂਦਾ ਆ, ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ, ਭਾਸ਼ਾ ਦੇ ਆਧਾਰ 'ਤੇ, ਤਾਂ ਉਹ ਵੀ ਕੀ ਆ, ਡਿਸਕੁਆਲੀਫਾਈ ਹੋ ਜਾਏਗਾ। ਕੀ ਕਹਿੰਦਾ ਜੀ, ਡਿਸਕੁਆਲੀਫਿਕੇਸ਼ਨ ਆਫ ਮੈਂਬਰਸ ਆਫ ਦਾ ਪਾਰਲੀਮੈਂਟ ਔਰ ਸਟੇਟ ਲੈਜਿਸਲੇਚਰ ਫॉर डिमांडिंग वोट्स ऑन द ग्राउंड ऑफ रिलीजन और प्रमोटिंग एनिमिटी, मतलब बैर भावना। ਤੁਸੀਂ ਧਰਮ ਦੇ ਆਧਾਰ 'ਤੇ ਵੋਟ ਮੰਗੋ ਜਾਂ ਲੋਕਾਂ ਦੇ ਵਿੱਚ ਕੀ ਆ, ਵੈਰ ਭਾਵਨਾ ਪੈਦਾ ਕਰਕੇ, ਕਿਸ ਆਧਾਰ 'ਤੇ, ਕਾਸਟ, ਰੇਸ, ਰਿਲੀਜਨ ਜਾਂ ਲੈਂਗੁਏਜ ਦੇ ਆਧਾਰ 'ਤੇ, ਇਹਨਾਂ ਦੇ ਆਧਾਰ 'ਤੇ ਜਨਤਾ ਵਿੱਚ ਕੀ ਆ, ਵੈਰ ਭਾਵਨਾ ਜੇ ਤੁਸੀਂ ਪ੍ਰਮੋਟ ਕਰਦੇ ਆ, ਤਾਂ ਕਿ ਤੁਸੀਂ ਕੀ ਹੋ ਜਾਂਦੇ, ਡਿਸਕੁਆਲੀਫਾਈ ਹੋ ਜਾਂਦੇ ਆ। ਚਲੋ ਜੀ, ਤੁਸੀਂ ਮੈਂਬਰ ਨਹੀਂ ਰਹਿੰਦੇ। ਦਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਵੀ ਹੈ ਸਾਡੇ ਕੋਲ ਜੀ, 1972 ਵਾਲਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ। ਉਹ ਕੀ ਕਹਿੰਦਾ, ਟ੍ਰੇਡ ਇਨ ਰੇਅਰ ਐਂਡ ਐਂਡੇਂਜਰਡ ਸਪੀਸੀਜ਼ ਦੀ ਮਨਾਹੀ ਆ। ਜਿਹੜੇ ਕੁਛ ਇਸ ਤਰ੍ਹਾਂ ਦੇ ਜੀਵ ਜੰਤੂ ਆ ਜਿਹੜੇ ਬਹੁਤ ਹੀ ਵਿਲੁਪਤ ਹੋਣ ਵਾਲੇ ਆ, ਬਹੁਤ ਹੀ ਘੱਟ ਪਾਏ ਜਾਂਦੇ ਆ, ਰੇਅਰ ਆ, ਐਂਡੇਂਜਰਡ ਆ, ਮਤਲਬ ਉਹਨਾਂ ਦੀ ਸੰਖਿਆ ਕਾਫੀ ਘੱਟ ਗਈ ਆ, ਤਾਂ ਜੇ ਤੁਸੀਂ ਉਹਨਾਂ ਦਾ ਟ੍ਰੇਡ ਕਰਦੇ ਆ, ਵਪਾਰ ਕਰਦੇ ਆ, ਤਾਂ ਉਹ ਕੀ ਆ, ਗੈਰ ਕਾਨੂੰਨੀ ਆ। ਇਸ ਹਿਸਾਬ ਨਾਲ ਸਾਡੇ ਕੋਲ ਫੋਰੈਸਟ ਕੰਜ਼ਰਵੇਸ਼ਨ ਐਕਟ ਆ 1980 ਵਾਲਾ। ਇਹ ਕੀ ਕਰਦਾ, ਉਹ ਕਹਿੰਦੇ ਤੁਸੀਂ ਮਨਮਾਨੇ ਢੰਗ ਨਾਲ ਡੀਫੋਰੈਸਟੇਸ਼ਨ ਨਹੀਂ ਕਰ ਸਕਦੇ, ਜੰਗਲ ਨਹੀਂ ਕੱਟ ਸਕਦੇ। ਜੇ ਜੰਗਲਾਂ ਨੂੰ ਕੱਟਣਾ ਆ, ਜੰਗਲ ਦੇ ਪੇੜ ਪੌਦਿਆਂ ਨੂੰ ਕੱਟਣਾ ਆ, ਤਾਂ ਪ੍ਰੋਪਰ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਆ। ਤਾਂ ਫੋਰੈਸਟ ਕੰਜ਼ਰਵੇਸ਼ਨ ਐਕਟ ਆਫ 1980, ਇਹ ਤੁਸੀਂ ਨਾ ਹੁਣ ਰੱਟੇ ਲਾ ਲੈਣੇ, ਯਾਦ ਕਰ ਲੈਣੇ ਆ। ਇਹਨਾਂ ਉੱਤੇ ਬਾਅਦ ਵਿੱਚ ਸਬਜੈਕਟਿਵ ਪ੍ਰਸ਼ਨ ਵੀ ਬਣਦੇ ਆ ਮੇਨਸ ਲਈ, ਅਤੇ ਜੋ ਕਰੰਟ ਅਫੇਅਰਸ ਵਿੱਚ ਹੋ ਰਿਹਾ ਉਹ ਮੈਟਰ ਵੀ ਐਡ ਕਰਨਾ। ਇਹ ਤੁਹਾਨੂੰ ਇੱਕਦਮ ਪੁੱਛਿਆ ਜਾਵੇਗਾ, ਫੋਰੈਸਟ ਐਕਟ 1980 ਕਿਸ ਨਾਲ ਡੀਲ ਕਰਦਾ, ਵੀ ਤੁਸੀਂ ਜੰਗਲਾਂ ਨੂੰ ਨਾ ਕੱਟ ਸਕੋ, ਇਨਡਿਸਕ੍ਰਿਮੀਨੇਟ, ਵੀ ਮਨਮਾਨੇ ਢੰਗ ਨਾਲ ਜੰਗਲ ਨਾ ਕੱਟੇ ਜਾ ਸਕਣ। ਇਹਦੇ ਵਿੱਚ ਪ੍ਰੋਪਰ ਪ੍ਰੋਵੀਜ਼ਨਸ ਹੈਗੀਆਂ ਆ। ਠੀਕ ਹੈ ਜੀ, ਤਾਂ ਇਸੇ ਨਾਲ ਸਾਡਾ ਇਹ ਚੈਪਟਰ ਖਤਮ ਹੁੰਦਾ ਜੀ। ਨੈਕਸਟ ਕਲਾਸ ਵਿੱਚ ਨਵਾਂ ਚੈਪਟਰ ਲੈ ਕੇ ਆਵਾਂਗੇ। ਅੱਜ ਲਈ ਇੰਨਾ ਹੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।